ਹੁਣ ਉਹ ਗੱਲਾਂ ਸਾਹਮਣੇ ਆ ਰਹੀਆਂ ਹੌਲੀ हौली ਸਾਡੇ। ਅਗਲੀ ਗੱਲ, मेरा वक्त समाप्त हो गया जी, मैं 2 मिनट ਵੱਧ ਲੈ ਰਿਹਾ। एक आखिरी गल ਨੂੰ स्पष्ट ਕਰਨ ਦੇ ਵਾਸਤੇ, गुरु गोबिंद सिंह महाराज ने जफरनामे च एक बड़ी वड्डी सिक्ख्या ਦਿੱਤੀ ਸਾਨੂੰ। वो सिक्ख्या पता की है? गुरु साहब औरंगजेब ਨੂੰ ਕਹਿੰਦੇ ਨੇ कि खुश वक्त फिरदौसीए खुश बयां शताबी शबद कारे आहर मना। ਕਹਿੰਦੇ औरंगजेब फिरदौसी ने अपने शाहनामे ਦੇ ਚ ਇੱਕ बड़ी प्यारी गल लिखी है। ਉਹਦੇ 'ਚ ਲਿਖਿਆ ਹੈ ਕਿ ਕਦੀ ਵੀ ਬੰਦੇ ਨੂੰ ਕਿਸੇ ਵੱਡੀ ਘਟਨਾ ਦੇ ਉੱਪਰ ਕਾਹਲੀ ਨਾਲ ਫੈਸਲਾ ਨਹੀਂ ਲੈਣਾ ਚਾਹੀਦਾ। ਕਿਸੇ ਵੱਡੇ ਵਰਤਾਰੇ ਦੇ ਉੱਪਰ ਕਾਹਲੀ ਦੇ ਨਾਲ ਫੈਸਲਾ ਨਹੀਂ ਲੈਣਾ ਚਾਹੀਦਾ, ਕਿਉਂਕਿ ਤੁਹਾਨੂੰ ਪਤਾ ਨਹੀਂ ਹੈ ਕਿ ਕੁਦਰਤੀ ਵਾਪਰ ਰਹੇ ਵਰਤਾਰਿਆਂ ਦਾ ਪ੍ਰਤੱਖ ਰੂਪ ਕਿਸ ਰੂਪ 'ਚ ਸਾਹਮਣੇ ਆਉਣਾ ਹੈ। ਹੁਣ ਹੋਇਆ ਕੀ? ਜੋ ਕੁਝ 26 ਜਨਵਰੀ ਨੂੰ ਹੋਇਆ, ਦੀਪ ਬਹੁਤ ਬਾਅਦ 'ਚ ਗਿਆ। ਦੀਪ ਦੇ ਜਾਣ ਤੋਂ ਪਹਿਲਾਂ ਬਹੁਤ ਸਾਰੇ ਨੌਜਵਾਨ ਲਾਲ ਕਿਲੇ ਤੇ ਪਹੁੰਚ ਚੁੱਕੇ ਸੀ, ਤੁਸੀਂ ਸਾਰਾ ਕੁਝ ਵੇਖਿਆ। ਹੁਣ ਉੱਥੇ ਉਹ ਬਤੌਰ ਆਗੂ ਆਪ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਫੜਦਾ ਤੇ ਲਾਈਵ ਹੋ ਜਾਂਦਾ। ਜੇ ਉਹ ਨਿਸ਼ਾਨ ਸਾਹਿਬ ਨਾ ਫੜਦਾ, ਨਿਸ਼ਾਨ ਸਾਹਿਬ ਤਾਂ ਫਿਰ ਵੀ ਝੁੱਲ ਚੁੱਕੇ ਸੀ, ਨੌਜਵਾਨ ਤਾਂ ਫਿਰ ਵੀ ਪਹੁੰਚ ਚੁੱਕੇ ਸੀ। ਨੁਕਸਾਨ ਉੱਥੇ ਕਿਤੇ ਕਿਸੇ ਨੇ ਇੱਕ ਇੱਟ ਨਹੀਂ ਤੋੜੀ, ਕੋਈ ਨੁਕਸਾਨ ਨਹੀਂ ਹੋਇਆ। ਪਰ ਇਹਦੇ 'ਚ ਹੋਇਆ ਕੀ ਕਿ ਉਹ ਇਕੱਲਾ ਬੰਦਾ ਸਾਰੀ ਸਮੂਹਿਕ ਚੇਤਨਤਾ ਦੇ ਵਰਤਾਰੇ ਦੀ ਜ਼ਿੰਮੇਵਾਰੀ ਲੈ ਗਿਆ ਤੇ ਸਾਰਾ ਸਟੇਟ ਦਾ ਜਿਹੜਾ ਧਿਆਨ ਸੀ ਉਹਦੇ ਉੱਪਰ ਫੋਕਸ ਹੋ ਗਿਆ। ਔਰ ਇਹਦੇ 'ਚ ਇੱਕ ਵੱਖਰੀ ਗੱਲ ਕੀ ਹੋਈ ਕਿ ਜੋ ਸਰਕਾਰ ਕਹਿ ਰਹੀ ਸੀ ਉਹੀ ਸਾਡੀ ਕਿਸਾਨ ਲੀਡਰਸ਼ਿਪ ਨੇ ਕਹਿਣਾ ਸ਼ੁਰੂ ਕਰ ਦਿੱਤਾ। ਗਦਾਰ, ਬੇਅਦਬੀ ਕਰ ਦਿੱਤੀ, ਝੰਡਾ ਚਲਾ ਦਿੱਤਾ, ਤਿਰੰਗੇ ਦਾ ਅਪਮਾਨ ਕਰ ਦਿੱਤਾ। ਜੋ ਉਹ ਕਹਿ ਰਹੇ ਸੀ ਉਹੀ ਕਿਸਾਨ ਲੀਡਰਸ਼ਿਪ ਨੇ ਕਹਿਣਾ ਸ਼ੁਰੂ ਕਰ ਦਿੱਤਾ। ਹੁਣ ਇਹਦੇ ਵਿੱਚ ਕੀ ਸੀ? ਕਾਹਲੀ ਦੇ ਵਿੱਚ ਦਿੱਤਾ ਗਿਆ ਪ੍ਰਤੀਕਰਮ। ਜੇਕਰ ਸਹਿਜ ਦੇ ਨਾਲ ਵਿਚਾਰਦੇ ਵੀ ਹੋਇਆ ਤਾਂ ਕੁਛ ਵੀ ਨਹੀਂ, ਇਹ ਤਾਂ ਕੁਦਰਤਨ ਇੱਕ ਹੱਕ ਸੀ ਜਿਸ ਦੀ ਵਰਤੋਂ ਕੀਤੀ ਗਈ। ਔਰ ਵੱਡੇ ਸੰਘਰਸ਼ਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ। ਲੀਡਰਸ਼ਿਪ ਦੀ ਸਭ ਤੋਂ ਵੱਡੀ ਕਮਜ਼ੋਰੀ ਕਿੱਥੇ ਹੁੰਦੀ ਹੈ? ਸੰਤ ਜਰਨੈਲ ਸਿੰਘ ਕੀ ਕਿਹਾ ਕਰਦੇ ਸੀ? ਉਹ ਕਹਿੰਦੇ ਸੀ ਕਿ ਜਿੱਥੇ ਵੀ ਕੋਈ ਪੰਥ ਦੋਖੀ ਕੋਈ ਐਵੇਂ ਦਾ ਕੰਮ ਕਰਦਾ ਹੈ ਜਿਹਦੇ ਨਾਲ ਪੰਥ ਦੀ ਅਣਖ ਨੂੰ ਜਿਹੜਾ ਵੰਗਾਰਿਆ ਜਾਂਦਾ ਹੈ, ਤੇ ਤੁਸੀਂ ਕੁਝ ਵੀ ਕਰਕੇ ਮੇਰੇ ਕੋਲ ਆ ਜਾਓ। ਔਨਿੰਗ ਸੀ, ਸਵੀਕ੍ਰਿਤੀ, ਵੀ ਮੈਂ ਡਿਸਆਨ ਨਹੀਂ ਕਰਾਂਗਾ, ਮੈਂ ਆਨ ਕਰਾਂਗਾ। ਉਹ ਵੀ ਸਾਡੇ ਇਤਿਹਾਸ ਦੇ ਵਿੱਚ ਪਿਆ ਸੀ। ਕਿਵੇਂ ਪਿਆ ਸੀ? ਮੈਂ ਤੁਹਾਨੂੰ ਫਿਰ ਇੱਕ ਉਦਾਹਰਨ ਦੇ ਦਿੰਦਾ। ਸਿੱਖਾਂ ਦਾ ਇੱਕ ਜਥਾ, ਸਰਦਾਰ ਚੜ੍ਹ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਉਹਦੀ ਅਗਵਾਈ ਦੇ ਵਿੱਚ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਵਿੱਚ ਪਾਕਿਸਤਾਨ ਦੇ ਵਿੱਚ, ਜਿੱਥੇ ਗੁਰੂ ਨਾਨਕ ਸਾਹਿਬ ਲਾਲੋ ਦੇ ਘਰ ਗਏ ਸੀ, ਉੱਥੇ ਜਥਾ ਰੁਕਿਆ। ਸਿੰਘਾਂ ਨੇ ਆਪਣੇ ਦੇਗਾਂ, ਪਤੀਲੇ ਜਿਹੜੇ ਸੀ, ਜੋ ਭਾਂਡੇ ਸੀਗੇ, ਖੋਲ੍ਹੇ, ਪ੍ਰਸ਼ਾਦਾ ਤਿਆਰ ਕਰਨਾ ਸ਼ੁਰੂ ਕੀਤਾ। ਫੈਸਲਾ ਇਹ ਕੀਤਾ ਕਿ ਅਸੀਂ ਗੁਰੂ ਸਾਹਿਬ ਦੇ ਦੀਦਾਰ ਕਰਾਂਗੇ, ਕੀਰਤਨ ਕਰਾਂਗੇ, ਲੰਗਰ ਛਕਾਂਗੇ ਤੇ ਚਲੇ ਜਾਵਾਂਗੇ, ਲੜਨ ਨਹੀਂ ਸੀ ਆਏ। ਇਹ ਮੁਲਤਾਨ ਦੇ ਸੂਬੇ ਦੇ ਅਧੀਨ ਪੈਂਦਾ ਸੀ ਤੇ ਮੁਲਤਾਨ ਦਾ ਸੂਬਾ ਸੀ ਉਦੋਂ ਜਸਪਤ ਰਾਏ, ਲਖਪਤ ਰਾਏ ਦਾ ਭਰਾ। ਜਦੋਂ ਉਹਨੂੰ ਪਤਾ ਲੱਗਾ ਕਿ ਸਿੱਖਾਂ ਦਾ ਇੱਕ ਜਥਾ ਆਇਆ ਤੇ ਉਹ ਫੌਜ ਲੈ ਕੇ ਆ ਗਿਆ, ਬੜੇ ਪਿਆਰ ਦੇ ਨਾਲ ਸਰਦਾਰ ਚੜ੍ਹ ਸਿੰਘ ਨੇ ਕਿਹਾ, ਕਹਿੰਦੇ ਜਸਪਤ ਰਾਏ ਅਸੀਂ ਲੜਨ ਨਹੀਂ ਆਏ, ਨਾ ਅਸੀਂ ਲੜਨਾ ਚਾਹੁੰਦੇ ਹਾਂ, ਨਾ ਅਸੀਂ ਲੜਨ ਆਏ। ਅਸੀਂ ਤੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਨੇ ਨੇ, ਸੰਗਤ ਨੇ ਬਹਿ ਕੇ ਕੀਰਤਨ ਕਰਨਾ, ਲੰਗਰ ਅਸੀਂ ਆਪਣਾ ਬਣਾਇਆ, ਲੰਗਰ ਅਸੀਂ ਆਪਣਾ ਬਣਾ ਕੇ ਛਕ ਕੇ ਮੁੜ ਕੇ ਅਸੀਂ ਜੰਗਲਾਂ 'ਚ ਚਲੇ ਜਾਣਾ, ਅਸੀਂ ਲੜਨ ਨਹੀਂ ਆਏ। ਪਰ ਕਰਦਿਆਂ ਕਰਦਿਆਂ ਉਹਨੇ ਸਿੱਖਾਂ ਦੇ ਬਾਰੇ ਇੱਕ ਬੜੀ ਗਲਤ ਗੱਲ ਕਹਿ ਦਿੱਤੀ। ਕਹਿੰਦਾ ਵੀ ਤੁਸੀਂ ਇੱਥੋਂ ਘੋੜੇ ਲੈ ਕੇ ਦਫਾ ਹੋਣਾ ਜਾਂ ਨਹੀਂ, ਤੇ ਜਾਂ ਫਿਰ ਮੈਂ ਤੁਹਾਡੇ ਕੇਸ ਵੱਢ ਕੇ ਰੱਸੀਆਂ ਬਣਾ ਕੇ ਤੁਹਾਡੇ ਘੋੜੇ ਬੰਨੇ। ਹੁਣ ਇਹ ਗੱਲ ਕੋਈ ਬਰਦਾਸ਼ਤ ਨਹੀਂ ਕਰਦਾ, ਖਾਸ ਕਰਕੇ ਜਿਹੜਾ ਗੁਰੂ ਦਾ ਸਿੱਖ ਹੈ, ਵੀ ਜਦੋਂ ਉਹਦੀ ਅਣਖ ਨੂੰ ਉਹਦੇ ਕਕਾਰਾਂ ਦੇ ਨਾਮ ਦੇ ਉੱਪਰ ਵੰਗਾਰਿਆ ਜਾਵੇ। ਜਦੋਂ ਇਹ ਗੱਲ ਉਹਦੀ ਜ਼ਬਾਨ ਦੇ ਵਿੱਚ ਸੀ ਤੇ ਗੁਰੂ ਕਾ ਇੱਕ ਸੂਰਮਾ ਭਾਈ ਨਿਬਾਹੂ ਸਿੰਘ ਚੜਿਆ ਉਹਦੇ ਹਾਥੀ ਦੇ ਉੱਪਰ ਤੇ ਸਿਰ ਵੱਢ ਕੇ ਸੁੱਟ ਦਿੱਤਾ ਜ਼ਮੀਨ ਦੇ ਉੱਪਰ। ਫੌਜ ਭੱਜ ਗਈ, ਧੜ ਲੈ ਗਏ, ਸਿਰ ਸਿੱਖਾਂ ਦੇ ਕੋਲ ਪਿਆ ਰਿਹਾ। ਜਦੋਂ ਉਹਦਾ ਅੰਤਮ ਸੰਸਕਾਰ ਕਰਨ ਲੱਗੇ ਨਾ, ਤੇ ਉਹਨਾਂ ਦਾ ਜਿਹੜਾ ਧਾਰਮਿਕ ਗੁਰੂ ਸੀ, ਬੱਦੋ ਕੇ ਗਸਾਈਆਂ ਦਾ ਰਹਿਣ ਵਾਲਾ ਸੀ, ਕਿਰਪਾ ਰਾਮ, ਲਾਗੇ ਪਿੰਡ ਹੈ ਉੱਥੇ ਬੱਦੋ ਕੇ ਗਸਾਈਆਂ। ਉਹ ਜਦੋਂ ਉਸਨੇ ਲਾਸ਼ ਵੇਖੀ, ਕਹਿੰਦਾ ਇਹਦੀ ਤੇ ਗਤੀ ਨਹੀਂ ਹੋਣੀ, ਵੀ ਇਹਦਾ ਸੰਸਕਾਰ ਤੇ ਮੈਂ ਕਰਾ ਦਿੰਦਾ, ਰਸਮਾਂ ਤੇ ਕਰ ਦਿੰਦਾ, ਪਰ ਸਿਰ ਤੋਂ ਬਿਨਾਂ ਗਤੀ ਨਹੀਂ ਹੋ ਸਕਦੀ। ਕਹਿੰਦਾ ਫਿਰ ਕੀ ਕੀਤਾ ਜਾਵੇ? ਸਿਰ ਕਿੱਥੇ ਆ? ਕਹਿੰਦਾ ਸਿਰ ਤੇ ਸਿੱਖਾਂ ਕੋਈ ਛੱਡ ਆਏ ਸੀ, ਇਹ ਆਪ ਹੀ ਮਸਾਂ ਭੱਜ ਕੇ ਆਏ ਆ, ਸਿਰ ਕੌਣ ਲੱਭਦਾ ਦੋ? ਕਹਿੰਦਾ ਫਿਰ, ਕਹਿੰਦਾ ਸਿਰ ਵਾਪਸ ਲੈ ਕੇ ਆਓ। ਕਹਿੰਦੇ ਅਸੀਂ ਤੇ ਜਾ ਨਹੀਂ ਸਕਦੇ ਜੇ ਤੁਸੀਂ ਸਿੱਖਾਂ ਕੋਲ ਚਲੇ ਜਾਓ। ਕਿਰਪਾ ਰਾਮ ਆਪ ਆਇਆ ਸਰਦਾਰ ਚੜ੍ਹ ਸਿੰਘ ਦੇ ਕੋਲ, ਕਹਿੰਦਾ ਸਿਰ ਵਾਪਸ ਦੇ ਦਿਓ। ਹੁਣ ਪਤਾ ਉਹ ਆਪਣੇ ਹਿਸਾਬ ਦੇ ਨਾਲ ਸੋਚਦੇ ਸੀ, ਉਹ ਆਪਣੇ ਵੱਲੋਂ ਪੈਸੇ ਦੀ ਪੇਸ਼ਕਸ਼ ਕਰਦਾ
ਵੀ ਮਾਇਆ ਲੈ ਲਓ ਤੇ ਸਿਰ ਦੇ ਦਿਓ। ਤੇ ਸਰਦਾਰ ਚੜ੍ਹ ਸਿੰਘ ਕਹਿੰਦੇ ਵੀ ਅਸੀਂ ਕਿਸੇ ਨੇ ਮਾਇਆ ਲੈਣ ਵਾਸਤੇ ਸਿਰ ਨਹੀਂ ਵੱਢਿਆ, ਤੇਰੀ ਸ਼ਰਧਾ ਲੰਗਰ 'ਚ ਕੁਛ ਪਾਉਣਾ ਤੇ ਪਾ ਲਾ, ਬਾਕੀ ਸਿਰ ਉੱਥੇ ਪਿਆ ਹੀ ਚੁੱਕ ਕੇ ਲੈ ਜਾ। ਸਰਦਾਰ ਚੜ੍ਹ ਸਿੰਘ ਨਾ ਹੱਸ ਕੇ ਇੱਕ ਗੱਲ ਕਹਿੰਦੇ, ਕਹਿੰਦਾ ਪੰਡਤ ਜੀ ਵੈਸੇ ਸਿਰ ਦਾ ਕਰਨਾ ਕੀ ਜੀ? ਕਹਿੰਦਾ ਜੀ ਬਸ ਸੰਸਕਾਰ ਹੀ ਕਰਨਾ ਕਿ ਇਹਦੇ ਤੋਂ ਬਿਨਾਂ ਗਤੀ ਨਹੀਂ ਹੋਣੀ। ਕਹਿੰਦਾ ਉੱਥੇ ਪਿਆ ਚੁੱਕ ਕੇ ਲੈ ਜਾਓ, ਤੁਹਾਡੇ ਮਨ 'ਚ ਹੋ ਸਕਦਾ ਵੀ ਸਿਰ ਲੱਗ ਜੂ ਤੇ ਗਤੀ ਹੋ ਜਾਣੀ, ਜਿਵੇਂ ਦੀ ਇਹਨੇ ਕਰਤੂਤ ਕੀਤੀ ਸਿਰ ਲੱਗਿਆ ਵੀ ਗਤੀ ਨਹੀਂ ਹੋਣੀ। ਜੋ ਕੁਛ ਇਹਨੇ ਕੀਤਾ ਹੈ ਨਾ, ਗਤੀ ਤੇ ਦੀ ਫੇਰ ਨਹੀਂ ਹੋਣੀ। ਖੈਰ ਉਸ ਵੇਲੇ ਕੀ ਹੋਇਆ ਕਿ ਜਦੋਂ ਉਹਦਾ ਸੰਸਕਾਰ ਕੀਤਾ ਤੇ ਉਹਦੇ ਭਰਾ ਲਖਪਤ ਰਾਏ ਨੇ ਸਹੁੰ ਖਾਧੀ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਵਟਾ ਦੇਣਾ। ਉਸ ਤੋਂ ਬਾਅਦ ਹੁੰਦਾ ਹੈ ਹਮਲਾ ਸਿੱਖਾਂ ਦੇ ਉੱਪਰ ਕਾਹਨੂੰਵਾਨ ਦੇ ਛੰਭ ਦੇ ਵਿੱਚ, ਜਿਹਨੂੰ ਅਸੀਂ ਕਹਿੰਦੇ ਛੋਟਾ ਘੱਲੂਘਾਰਾ। ਇੱਕ ਦਿਨ ਦੇ ਵਿੱਚ 15,000 ਸਿੱਖ ਮਾਰਿਆ ਜਾਂਦਾ। ਤੁਸੀਂ ਬਹੁਤ ਸਾਰੇ ਵੀਰ ਬੈਠੇ ਹੋ, ਇਤਿਹਾਸ ਤੁਹਾਨੂੰ ਪੜ੍ਹਿਆ ਹੋਵੇਗਾ, ਕਦੀ ਕਿਸੇ ਸਿੱਖ ਇਤਿਹਾਸਕਾਰ ਨੇ ਲਿਖਿਆ ਵੀ ਜੇ ਕਿਤੇ ਨਿਭਾਊ ਸਿੰਘ ਕੱਲੇ ਜਸਪਤ ਰਾਏ ਦਾ ਸਿਰ ਨਾ ਵੜਦਾ ਤੇ ਸਾਡਾ 15,000 ਸਿੱਖ ਬਚ ਜਾਂਦਾ? ਨਹੀਂ, ਕਿਤੇ ਨਹੀਂ ਪੜੋਗੇ ਤੁਸੀਂ। ਉਹਨਾਂ ਕਿਹਾ ਨਹੀਂ, ਜੋ ਸਿੱਖ ਨੇ ਕਰਤਾ ਉਹਨੂੰ ਔਨ ਕਰਨਾ ਪਵੇਗਾ, ਲੀਡਰਸ਼ਿਪ ਨੂੰ ਜ਼ਿੰਮੇਵਾਰੀ ਲੈਣੀ ਪਵੇਗੀ, ਕਿਉਂਕਿ ਉਹਨੇ ਸਾਡੀ ਅਣਖ ਨੂੰ ਮੰਗਾ ਰਿਹਾ ਸੀ। ਇਹੀ ਗੱਲ ਇਸ ਸੰਘਰਸ਼ ਹੋਈ ਆ। ਲੀਡਰਸ਼ਿਪ ਜ਼ਿੰਮੇਵਾਰੀ ਨਹੀਂ ਲੈ ਸਕੀ। ਲੀਡਰਸ਼ਿਪ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ ਕਿ ਲਾਲ ਕਿਲੇ ਦੇ ਜਿਹੜਾ ਵਰਤਾਰਾ ਵਾਪਰਿਆ ਸਾਡੇ ਨੌਜਵਾਨਾਂ ਨੇ ਤੰਗ ਆ ਕੇ ਕੀਤਾ। ਸਾਨੂੰ ਇੰਨੇ ਮਹੀਨੇ ਹੋ ਗਏ ਸੀ ਦਿੱਲੀ ਦੇ ਬੂਹਾਂ ਦੇ ਉੱਪਰ ਬੈਠਿਆ, ਨੌਜਵਾਨ ਜਿਹੜੇ ਸੀ ਅੱਕ ਚੁੱਕੇ ਸੀ। ਇਹ ਸਾਰਾ ਉਸ ਰੋਸ ਚੋਂ ਨਿਕਲਿਆ ਵਰਤਾਰਾ ਸੀ। ਲੀਡਰਸ਼ਿਪ ਜ਼ਿੰਮੇਵਾਰੀ ਲੈਣ ਤੋਂ ਭੱਜ ਗਈ। ਤੇ ਕਾਲੀ ਦੇ ਵਿੱਚ ਜਿਹੜੀ ਗੱਲ ਮੈਂ ਦਸਮ ਪਾਤਸ਼ਾਹ ਦਾ ਹਵਾਲਾ ਦੇ ਕੇ ਕੀਤੀ ਸੀ, ਇੱਕਦਮ ਜਿਹੜੇ ਸੀ ਫਤਵੇ ਜਾਰੀ ਕਰ ਦਿੱਤੇ ਗਦਾਰ ਨੇ। ਮੈਂ ਯੂਨੀਵਰਸਿਟੀ ਦੇ ਵਿੱਚ ਗਿਆ ਤੇ ਉੱਥੇ ਮੇਰੀ ਦੀਪ ਦੀ, ਲੱਖੇ ਸਿਧਾਣੇ ਦੀ, ਸਰਦਾਰ ਅਜਮੇਰ ਸਿੰਘ ਉਹਨਾਂ ਦੀ ਫੋਟੋ ਲਾ ਕੇ ਲਿਖਿਆ ਪੰਥ ਦੇ ਆਪਣੇ ਪੰਜਾਬ ਦੇ ਗਦਾਰ। ਵੱਡੀਆਂ ਵੱਡੀਆਂ ਫੋਟੋਆਂ ਸ਼ੇਅਰ ਕੀਤੀਆਂ ਗਈਆਂ ਸਾਡੀਆਂ। ਗਦਾਰੀ ਨਹੀਂ ਸੀ ਅਸੀਂ ਕੀਤੀ, ਅਸੀਂ ਵੀ ਉਸੇ ਸੰਘਰਸ਼ ਦਾ ਹਿੱਸਾ ਸੀ, ਪਰ ਅਸੀਂ ਇਹ ਕਹਿੰਦੇ ਸੀ ਵੀ ਐਵੇਂ ਦੇ ਸੰਘਰਸ਼ ਮੁੜ ਮੁੜ ਪੈਦਾ ਨਹੀਂ ਹੋਣੇ, ਇਹਦੇ ਵਿੱਚੋਂ ਕੁਝ ਬਹੁਤ ਵੱਡਾ ਕੱਢਿਆ ਜਾ ਸਕਦਾ। ਇਹਦੇ ਵਿੱਚੋਂ ਹੋਰ ਕੁਛ ਨਹੀਂ। ਤੇ ਜਿਹੜੀ ਅੱਜ ਤੁਸੀਂ ਮੈਂ ਕਹਾਂਗਾ ਕਿ ਇੱਕ ਛੋਟੀ ਜਿਹੀ ਲੀਡਰਸ਼ਿਪ ਕੱਢੀ ਹੈ ਨਾ, ਰਾਜਸੀ ਢਾਂਚਾ ਬਦਲਣ ਦੇ ਵਾਸਤੇ ਵੀ ਇੱਕ ਵੱਡੀ ਲੀਡਰਸ਼ਿਪ ਕੱਢੀ ਜਾ ਸਕਦੀ ਸੀ ਜੇ ਅਸੀਂ ਸਿਰ ਜੋੜ ਕੇ ਬੈਠਦੇ। ਅਸੀਂ ਕਹਿੰਦੇ ਸੀ ਕਿ ਜੇਕਰ ਚੰਗੇ ਹੱਥਾਂ ਦੇ ਵਿੱਚ ਪੰਜਾਬ ਦੀ ਰਾਜਸੀ ਸੱਤਾ ਆਉਂਦੀ ਹੈ ਤਾਂ ਪੰਜਾਬ ਦੇ ਵਿੱਚ ਭਵਿੱਖ ਨੂੰ, ਹੋਂਦ ਨੂੰ, ਆਰਥਿਕਤਾ ਨੂੰ ਬਚਾਇਆ ਜਾ ਸਕਦਾ। ਉਸ ਪਾਸੇ ਨਹੀਂ ਸੋਚਿਆ ਗਿਆ। ਬਸ ਆਹੀ ਸਾਡੇ ਤਫਰਕਾਤ ਸੀ। ਦੂਸਰੀ ਗੱਲ ਅਸੀਂ ਕਹਿੰਦੇ ਸੀ ਕਿ ਤੁਸੀਂ ਕਹਿੰਦੇ ਹੋ ਧਰਮ ਘਰ ਰੱਖ ਕੇ ਆਓ, ਤੇ ਅਸੀਂ ਕਹਿੰਦੇ ਸੀ ਕਿ ਕਿਸਾਨ ਦੇ ਜੀਵਨ ਚੋਂ ਧਰਮ ਕੱਢਿਆ ਹੀ ਨਹੀਂ ਜਾ ਸਕਦਾ। ਅਸੀਂ ਕਹਿੰਦੇ ਸੀ ਕਿਸਾਨ ਦੇ ਜੀਵਨ ਦੇ ਵਿੱਚੋਂ ਧਰਮ ਕੱਢਿਆ ਹੀ ਨਹੀਂ ਜਾ ਸਕਦਾ, ਕਿਉਂਕਿ ਧਰਮ ਦੇ ਦੋ ਵੱਡੇ ਪੱਖ ਨੇ। ਅਸੀਂ ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੇ ਵਿੱਚ, ਹੁਕਮ ਰਜਾਈ ਚੱਲਣਾ, ਹੁਕਮ ਤੇ ਰਜ਼ਾ। ਇੱਕ ਕਿਸਾਨ ਦਾ ਜੀਵਨ ਹੈ ਜਿਹੜਾ ਹਮੇਸ਼ਾ ਹੀ ਹੁਕਮ ਤੇ ਰਜ਼ਾ ਦੇ ਵਿੱਚ ਰਹਿੰਦਾ, ਕਿਉਂਕਿ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਮੀਂਹ ਜਾਂ ਸੋਕਾ, ਪਰਮਾਤਮਾ ਦੀ ਰਜ਼ਾ ਦੇ ਵਿੱਚ ਹੈ ਫਸਲ ਘਰ ਆਉਣੀ ਕਿ ਨਹੀਂ ਆਉਣੀ। ਜਿੰਨਾ ਇੱਕ ਕਿਸਾਨ ਧਰਮ ਦੇ ਵਿੱਚ ਰਹਿੰਦਾ ਹੈ ਨਾ, ਉਸ ਤੋਂ ਵੱਧ ਕੋਈ ਰਹਿ ਨਹੀਂ ਸਕਦਾ, ਕਿਉਂਕਿ ਉਹਦੀ ਸਾਰੀ ਉਪਜ ਜਿਹੜੀ ਹੈ ਉਹ ਹੁਕਮ ਤੇ ਰਜ਼ਾ ਦੇ ਉੱਪਰ ਟਿਕੀ ਹੋਈ ਹੈ। ਉਹਦੇ ਕੋਲ ਕੋਈ ਇਵੇਂ ਦਾ ਇਖਤਿਆਰ ਹੀ ਨਹੀਂ ਹੈ ਵੀ ਉਹ ਆਪ ਤੈਅ ਕਰ ਸਕੇ ਕਿ ਅੱਜ ਉਹ ਮੀਂਹ ਪਾਊਗਾ ਤੇ ਅੱਜ ਉਹ ਧੁੱਪ ਪਾਊਗਾ ਤੇ ਅੱਜ ਉਹ ਧੁੰਦ ਪਾਊਗਾ ਤੇ ਅੱਜ ਉਹ ਆਪਣੀ ਫਸਲ ਨੂੰ ਕੋਰੇ ਤੋਂ ਬਚਾ ਸਕੇਗਾ। ਉਹਦੀ ਤਾਂ ਸਾਰੀ ਜਿਹੜੀ ਜ਼ਰਾਇਤ ਹੈ ਉਹ ਹੁਕਮ ਦੇ ਵਿੱਚ ਪਈ ਹੈ। ਇਸ ਤੋਂ ਬਿਨਾਂ ਕੁਝ ਹੋ ਹੀ ਨਹੀਂ ਸਕਦਾ। ਪਰ ਕਾਹਲੀ ਦੇ ਵਿੱਚ ਫਤਵੇ ਜਾਰੀ ਕਰ ਦਿੱਤੇ ਗਏ। ਹੁਣ ਹੁੰਦਾ ਕੀ ਹੈ, ਉਹਨਾਂ ਫਤਵਿਆਂ ਦਾ ਜਿਹੜਾ ਪ੍ਰਤੀਕਿਰਿਆ ਉਹ ਤੁਸੀਂ ਹੁਣ ਕੌਮ ਦੇ ਵਿੱਚ ਵੇਖ ਲਈ ਕਿ ਜਿਸ ਨੂੰ ਗਦਾਰ ਕਿਹਾ ਗਿਆ ਉਹ ਨੌਜਵਾਨਾਂ ਦੇ ਵੱਡੇ ਸਰਦਾਰ ਦੇ ਰੂਪ ਚ ਉੱਭਰਿਆ। ਔਰ ਹਮੇਸ਼ਾ ਕਾਹਲੀ ਚ ਲਏ ਫੈਸਲੇ ਤੇ ਡਿਸਆਨ ਕਰਨਾ ਨੌਜਵਾਨੀ ਨੂੰ ਕਿਸੇ ਵੀ ਸੰਘਰਸ਼ ਦੇ ਵਿੱਚ ਇੰਝ ਹੀ ਹੁੰਦਾ ਹੈ, ਹਮੇਸ਼ਾ ਇੰਝ ਹੁੰਦਾ ਹੈ। ਰੂਸ ਦਾ ਇੱਕ ਇਲਾਕਾ ਹੈ ਦਾਗਿਸਤਾਨ, ਉੱਥੋਂ ਦਾ ਇੱਕ ਲੇਖਕ ਵੀ ਬੜਾ ਮਸ਼ਹੂਰ ਹੋਇਆ, ਰਸੂਲ ਹਮਜ਼ਾ ਤਾਓ। ਉਸਨੇ ਇੱਕ ਗੱਲ ਲਿਖੀ ਸੀ ਆਪਣੀ ਕਿਤਾਬ ਮੇਰਾ ਦਾਗਿਸਤਾਨ ਦੇ ਵਿੱਚ। ਕਹਿੰਦਾ ਸਾਡੇ ਇਲਾਕੇ ਦਾ ਇੱਕ ਜਰਨੈਲ ਹੋਇਆ ਕਰਦਾ ਸੀ ਇਮਾਮ ਸ਼ਮੀਲ। ਉਹ ਰੂਸ ਦੇ ਜ਼ਾਰ ਦੇ ਖਿਲਾਫ ਲੜਦਾ ਸੀ ਤੇ ਰੂਸ ਦੇ ਜ਼ਾਰ ਦਾ ਜਰਨੈਲ ਸੀ ਬਰਿਆਤਿੰਸਕੀ। ਬੜੀਆਂ ਲੜਾਈਆਂ ਹੋਈਆਂ, ਇੱਕ ਲੰਬਾ ਸਮਾਂ ਇਹ ਜੰਗ ਚੱਲਦੀ ਰਹੀ। ਕਦੀ ਲੜਾਈ ਹੋ ਜਾਣੀ, ਕਦੀ ਹਟ ਜਾਣੀ, ਕਦੀ ਕਿਤੇ ਹਮਲਾ ਹੋਣਾ, ਕਦੀ ਕਿਤੇ ਹਮਲਾ ਹੋਣਾ, ਲਗਾਤਾਰ ਇਹ ਲੜਾਈ ਚੱਲਦੀ ਰਹੀ। ਬੁੱਢਾ ਹੋ ਗਿਆ ਲੜਦਾ ਲੜਦਾ ਇਮਾਮ ਸ਼ਮੀਲ, ਬਹੁਤ ਬਜ਼ੁਰਗ ਹੋ ਗਿਆ। ਜਦੋਂ ਫਿਰ ਵੀ ਕਾਬੂ ਨਾ ਆਇਆ ਤਾਂ ਉਹਦੇ ਇੱਕ ਸਾਥੀ ਨੂੰ ਖਰੀਦਿਆ ਗਿਆ। ਉਹਦੇ ਸਾਥੀ ਨੇ ਉਹਦੀ ਪਿੱਠ ਦੇ ਵਿੱਚ ਖੰਜਰ ਮਾਰ ਦਿੱਤਾ। ਲੜਦਿਆਂ ਲੜਦਿਆਂ ਉਹਦੀ ਪਿੱਠ 'ਚ ਖੰਜਰ ਮਾਰ ਦਿੱਤਾ। ਜ਼ਖਮੀ ਹੋਇਆ ਇਮਾਮ ਸ਼ਮੀਲ ਘੋੜੇ ਤੋਂ ਉਤਰਦਾ, ਲਹੂ ਲੁਹਾਨ ਹੈ, ਖੜਾ ਨਹੀਂ ਹੋ ਸਕਿਆ, ਆਪਣੀ ਸ਼ਮਸ਼ੀਰ ਤੇ ਆਪਣੀ ਤੇਗ ਦੇ ਆਸਰੇ ਨਾਲ ਖਲੋਂਦਾ।
ਉਹਦੇ ਸਾਹਮਣੇ ਜੇਤੂ ਜਰਨੈਲ ਖੜਾ ਹੈ। ਉਹ ਪਹਿਲਾਂ ਹੱਸ ਕੇ ਪਤਾ ਕੀ ਕਹਿੰਦਾ ਹੈ? ਕਹਿੰਦਾ ਓਏ ਇਮਾਮ ਸ਼ਮੀਲ, ਤੂੰ ਮੂਰਖ ਹੈ, ਤੂੰ ਇਹਨਾਂ ਪੱਥਰਾਂ ਦੇ ਵਾਸਤੇ ਲੜਦਾ ਰਿਹਾ। ਉਹਨੇ ਪਤਾ ਕੀ ਕਿਹਾ? ਕਹਿੰਦਾ ਮੂਰਖ ਮੈਂ ਨਹੀਂ, ਮੂਰਖ ਤੂੰ ਆ। ਤੈਨੂੰ ਇਹ ਜ਼ਮੀਨ ਜਿਹੜੀ ਨਾ ਪਥਰੀਲੀ ਜ਼ਮੀਨ, ਪਹਾੜੀ ਜ਼ਮੀਨ ਸੀ, ਤੈਨੂੰ ਇਹ ਜ਼ਮੀਨ ਪੱਥਰ ਦਿਸ ਰਹੀ ਹੈ, ਪਰ ਮੈਨੂੰ ਇਹ ਜ਼ਮੀਨ ਪੱਥਰ ਨਹੀਂ ਦਿਸਦੀ, ਕਿਉਂਕਿ ਮੇਰੀ ਕੌਮ ਦੇ ਜਾਗਦੀ ਜ਼ਮੀਰ ਵਾਲੇ ਨੌਜਵਾਨਾਂ ਦਾ ਖੂਨ ਇਹਨਾਂ ਪੱਥਰਾਂ ਤੇ ਡੁੱਲਿਆ ਇਸ ਜ਼ਮੀਨ ਨੂੰ ਬਚਾਉਣ ਦੇ ਵਾਸਤੇ। ਇਸ ਕਰਕੇ ਇਹ ਤੇਰੇ ਵਾਸਤੇ ਜ਼ਮੀਨ ਹੈ, ਸਾਡੇ ਵਾਸਤੇ ਜ਼ਮੀਰ ਦੀ ਨਿਸ਼ਾਨੀ ਹੈ ਕਿ ਅਸੀਂ ਇਹਨੂੰ ਬਚਾਉਣ ਦੇ ਵਾਸਤੇ ਲੜੇ। ਅਸੀਂ ਇਸ ਤੇ ਕਿਸੇ ਦੁਸ਼ਮਣ ਦਾ ਕਬਜ਼ਾ ਨਹੀਂ ਹੋਣ ਦਿੱਤਾ। ਕਹਿੰਦਾ ਹੁਣ ਤੂੰ ਹਾਰ ਚੁੱਕਾ। ਤੇ ਉਹਨੇ ਇੱਕ ਸ਼ਬਦ ਬੜਾ ਪਿਆਰਾ ਕਿਹਾ ਸੀ, ਕਹਿੰਦਾ ਮੈਂ ਆਪਣਿਆਂ ਦੀ ਗਦਾਰੀ ਦਾ ਸਤਾਇਆ, ਮੇਰੇ ਆਪਣਿਆਂ ਨੇ ਮੇਰੇ ਨਾਲ ਧੋਖਾ ਕੀਤਾ, ਮੇਰੇ ਆਪਣਿਆਂ ਨੇ ਮੇਰੇ ਪਿੱਠ 'ਚ ਖੰਜਰ ਮਾਰਿਆ, ਪਰ ਕਹਿੰਦਾ ਬਿਰਿਆ ਤਿਸਕੀ ਇੱਕ ਗੱਲ ਯਾਦ ਰੱਖੀ, ਮੇਰੀ ਪਿੱਠ 'ਚ ਵੱਜਾ ਖੰਜਰ ਜਿਹਦੇ ਨਾਲ ਮੇਰੀ ਪਿੱਠ ਝੁਕ ਗਈ ਹੈ, ਮੈਂ ਤਾਂ ਕਬਰ 'ਚ ਪੈ ਕੇ ਵੀ ਸਿੱਧਾ ਹੋ ਜਾਊਂਗਾ, ਪਰ ਜਿੰਨੇ ਮੈਨੂੰ ਗਦਾਰ ਕੇ ਕਰਕੇ, ਜਿੰਨੇ ਮੇਰੇ ਨਾਲ ਧੋਖਾ ਕੀਤਾ, ਉਹਦੀਆਂ ਨਜ਼ਰਾਂ ਕਦੀ ਸਿੱਧੀਆਂ ਨਹੀਂ ਹੋ ਸਕਦੀਆਂ। ਉਹ ਕਦੀ ਨਜ਼ਰਾਂ ਉਠਾ ਕੇ ਗੱਲ ਨਹੀਂ ਕਰ ਸਕੇਗਾ। ਲਹਿਰ ਦੇ ਵਿੱਚ ਬਿਨਾਂ ਕਿਸੇ ਆਧਾਰ ਤੋਂ ਇਸ ਤਰ੍ਹਾਂ ਦੇ ਫਤਵੇ ਜਾਰੀ ਕਰਨ ਵਾਲੇ ਲੋਕ ਅੱਜ ਨਜ਼ਰਾਂ ਚੁੱਕਣ ਦੇ ਕਾਬਿਲ ਨਹੀਂ ਰਹੇ, ਕਿਉਂਕਿ ਜਿਸ ਨੂੰ ਗਦਾਰ ਕਿਹਾ ਗਿਆ, ਉਹ ਨਿਰ-ਆਧਾਰ ਕਿਹਾ ਗਿਆ, ਉਹ ਸਾਬਤ ਹੋ ਨਾ ਸਕਿਆ। ਉਸ ਨੇ ਆਪਣੀਆਂ ਬੇਬਾਕੀ ਦੇ ਨਾਲ ਕੀਤੀਆਂ ਗੱਲਾਂ ਦੇ ਵਿੱਚੋਂ ਜਦੋਂ ਪਾਤਸ਼ਾਹੀ ਦਾਅਵੇ ਦੀ ਗੱਲ ਨੂੰ ਕੀਤਾ ਤੇ ਨੌਜਵਾਨੀ ਨੇ ਉਸ ਨੂੰ ਪਿਆਰ ਦੇ ਨਾਲ ਸਵੀਕਾਰ ਕੀਤਾ। ਵਕਤ ਮੈਂ ਥੋੜਾ ਜਿਹਾ ਜ਼ਿਆਦਾ ਲੈ ਗਿਆ, ਖਿਮਾ ਦਾ ਜਾਚਕ ਹਾਂ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤਾ ਕਿਉ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ